ਪ੍ਰੀਖਿਆ ਦਾ ਸਮਾਂ ਮੁਸ਼ਕਲ ਤਾਂ ਜ਼ਰੂਰ ਹੁੰਦਾ ਹੈ, ਪਰ ਤਪਨ ਅਤੇ ਕਸ਼ਟ ਉਠਾਉਣ ਤੋਂ ਬਾਅਦ ਸ਼ੁੱਧ ਸੋਨਾ ਕਹਾਉਣ ਦਾ ਜੋ ਸ਼੍ਰੇਅ ਮਿਲਦਾ ਹੈ, ਉਹ ਉਸ ਕਸ਼ਟ ਸਹਿਣ ਵਾਲੀ ਪ੍ਰਕਿਰਿਆ ਤੋਂ ਗੁਜ਼ਰੇ ਬਿਨਾਂ ਹੋਰ ਕਿਸੇ ਤਰ੍ਹਾਂ ਉਪਲਬਧ ਹੋ ਹੀ ਨਹੀਂ ਸਕਦਾ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਜਲਦਬਾਜ਼ੀ ਵਿੱਚ ਵਿਪਦਾ ਘਟਦੀ ਨਹੀਂ, ਸਗੋਂ ਹੋਰ ਵਧਾ ਦਿੰਦੀ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਵਾਤਾਵਰਣ ਦੇ ਪਰਿਵਰਤਨ ਦਾ ਅਧਿਆਤਮ ਪ੍ਰਯੋਗ। ਪੁਸਤਕ ਦੀ ਜਾਣਕਾਰੀ। ਯੁੱਗ ਪਰਿਵਰਤਨ ਦਾ ਸਮਾਂ ਨਜ਼ਦੀਕ ਹੈ। ਮਨੁੱਖ ਵਿੱਚ ਦੁਸ਼ਟਤਾ ਅਤੇ ਸਮਾਜ ਵਿੱਚ ਭ੍ਰਸ਼ਟਾਚਾਰ ਤੂਫਾਨੀ ਰਫ਼ਤਾਰ ਨਾਲ ਵੱਧ ਰਿਹਾ ਹੈ। ਉਸ ਨੂੰ ਦੇਖਦੇ ਹੋਏ ਵਿਨਾਸ਼ ਦੀ ਦਹਿਸ਼ਤ ਸਾਹਮਣੇ ਖੜੀ ਦਿਖਾਈ ਦੇ ਰਹੀ ਹੈ। ਪਰ ਅਜਿਹੇ ਹੀ ਔਖੇ ਅਸੰਤੁਲਨ ਨੂੰ ਸਮੇਂ-ਸਮੇਂ ਤੇ ਸੰਭਾਲਣ ਦੇ ਲਈ ਭਗਵਾਨ ਦੀ ਪ੍ਰਤਿੱਗਿਆ ਵੀ ਤਾਂ ਹੈ। ਆਪਣੀ ਇਸ ਅਨੁਪਮ ਕਲਾਕ੍ਰਿਤੀ ਵਿਸ਼ਵ ਵਸੁਧਾ ਨੂੰ ਪਰਮਾਤਮਾ ਨੇ ਬੜੀ ਇੱਛਾ ਨਾਲ ਬਣਾਇਆ ਹੈ। ਸੰਕਟ ਦੀ ਘੜੀ ਆਉਣ ਤੇ ਉਸ ਦਾ ਅਵਤਰਨ ਹੁੰਦਾ ਹੈ ਅਤੇ ਅਸੰਤੁਲਨ ਮੁੜ ਤੋਂ ਸੰਤੁਲਨ ਵਿੱਚ ਬਦਲ ਜਾਂਦਾ ਹੈ। ਅਧਰਮ ਨੂੰ ਖਤਮ ਕਰਕੇ ਧਰਮ ਨੂੰ ਭਰੋਸਾ ਦਿਵਾਉਂਦੀ ਹੈ ਅਤੇ ਪਰਮਾਤਮਾ ਦੀ ਸੱਤਾ ਅੱਜ ਦਾ ਸੰਕਟ ਭਰਪੂਰ ਔਖੇ ਸਮੇਂ ਵਿੱਚ ਉਜਵਲ ਭਵਿੱਖ ਦੀ ਸਿਰਜਣਾ ਦੇ ਲਈ ਆਪਣੀ ਅਵਤਾਰ ਪ੍ਰਕਿਰਿਆ ਨੂੰ ਫਿਰ ਤੋਂ ਪੂਰਨ ਕਰਨ ਵਾਲੀ ਹੈ। ਪਰਿਵਰਤਨ ਪ੍ਰਕਿਰਿਆ ਲੰਮੇ ਸਮੇਂ ਤੋਂ ਚੱਲ ਰਹੀ ਹੈ, ਪਰ ਉਸ ਦੀ ਸ਼ੁਰੂਆਤੀ ਮੰਦਗਤੀ ਨੂੰ ਤੇਜ਼ੀ ਤੋਂ ਵਧਣ ਦਾ ਮੌਕਾ ਇਹਨਾਂ ਦਿਨੀਂ ਮਿਲਿਆ ਹੈ। ਪ੍ਰਕਿਰਤੀ ਜਦੋਂ ਰੋਗੀ ਸਰੀਰ ਵਿੱਚੋਂ ਜ਼ਹਿਰ ਕੱਢਣ ਦੇ ਲਈ ਜ਼ਿਆਦਾ ਤਤਪਰਤਾ ਵਰਤਦੀ ਹੈ ਤਾਂ ਕਈ ਤਰ੍ਹਾਂ ਦੇ ਉਪਦਰਵ ਉੱਠ ਖੜੇ ਹੁੰਦੇ ਹਨ। ਉਲਟੀ, ਦਸਤ, ਬੁਖਾਰ ਆਦਿ ਵਿੱਚ ਰੋਗੀ ਨੂੰ ਕਸ਼ਟ ਤਾਂ ਜ਼ਰੂਰ ਹੁੰਦਾ ਹੈ, ਜਮ੍ਹਾਂ ਹੋਣ ਗੰਦਗੀ ਦੀ ਸਫਾਈ ਇਸ ਤੋਂ ਘੱਟ ਵਿੱਚ ਹੋ ਹੀ ਨਹੀਂ ਸਕਦੀ। ਹਾਲਾਤ ਇੰਨੇ ਜਟਿਲ ਹੋ ਚੁੱਕੇ ਹਨ ਕਿ ਮਨੁੱਖ ਦੀ ਅਸੀਮਿਤ ਕੋਸ਼ਿਸ਼ਾਂ ਉਹਨਾਂ ਨੂੰ ਹੱਲ ਨਹੀਂ ਕਰ ਸਕਦੀਆਂ। ਉਸ ਦੇ ਲਈ ਸਰਵ ਸ਼ਕਤੀਮਾਨ ਪਰਮਾਤਮਾ ਦਾ ਦਖਲ ਜ਼ਰੂਰੀ ਹੋ ਗਿਆ ਹੈ। ਪੁਸਤਕ ਦੇ ਕੁਝ ਪ੍ਰਸ਼ਨ। ਯੁੱਗ ਪਰਿਵਰਤਨ ਦੀ ਜ਼ਰੂਰਤ ਕਿਉਂ ਉਤਪੰਨ ਹੋਈ? ਇਹਨਾਂ ਦੇ ਵਿਆਪਕ ਖੇਤਰ ਵਿੱਚ ਅਸੰਤੁਲਨ ਦੀ ਸਥਿਤੀ ਕਿਵੇਂ ਪੈਦਾ ਹੋਈ? ਪ੍ਰਕਿਰਤੀ ਪ੍ਰਕੋਪ ਆਉਣ ਵਾਲੇ ਦਿਨਾਂ ਵਿੱਚ ਵਧਣਗੇ ਜਾਂ ਘਟਣਗੇ? ਮਨੁੱਖੀ ਚਿੰਤਨ ਅਤੇ ਚਰਿੱਤਰ ਕੁਦਰਤ ਦੀ ਨਿਆਮਕ ਸੱਤਾ ਤੇ ਕਿਵੇਂ ਪ੍ਰਭਾਵ ਪਾਉਂਦੀ ਹੈ? ਆਪਣੇ ਯੁੱਗ ਦਾ ਮਹਾਂਦੈਂਤ ਕੌਣ ਹੈ? ਨੈਸ਼ਠਿਕ ਸਾਧਨਾ ਜ਼ਰੂਰੀ ਕਿਉਂ? ਸਮੂਹਿਕ ਸਾਧਨਾ ਕੀ ਹੈ? ਇਹਨਾਂ ਸਾਰੇ ਸਵਾਲਾਂ ਦਾ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜੋ ਸਾਨੂੰ ਯੁੱਗ ਪਰਿਵਰਤਨ ਵਿੱਚ ਹੋਣ ਵਾਲੇ ਵਿਨਾਸ਼ਕਾਰੀ ਅਤੇ ਰਚਨਾਤਮਕ ਪਹਿਲੂਆਂ ਤੋਂ ਜਾਣੂ ਕਰਵਾਉਂਦੀ ਹੈ। ਉਜਵਲ ਭਵਿੱਖ ਦੀ ਰਚਨਾ ਸ਼ੁਰੂ ਹੋ ਚੁੱਕੀ ਹੈ ਅਤੇ ਨਵੀਂ ਸਿਰਜਣਾ ਵਿੱਚ ਕਿਸ ਦਾ ਕਿੰਨਾ ਯੋਗਦਾਨ ਹੋ ਸਕਦਾ ਹੈ, ਉਸ ਦੀਆਂ ਰੰਗੀਨ ਯੋਜਨਾਵਾਂ ਬਣਦੀਆਂ ਹਨ। ਜਾਗਰਿਤ ਆਤਮਾਵਾਂ ਉੱਤੇ ਬਰਸਣ ਵਾਲੇ ਇਹ ਅਨੁਦਾਨ ਉਹਨਾਂ ਨਵੀਂ ਸਿਰਜਣ ਦੀ ਪ੍ਰਵਿਰਤੀਆਂ ਵਿੱਚ ਸ਼ਾਮਲ ਹੋ ਰਿਹਾ ਹੈ। ਉਸ ਦੇ ਚੰਗੇ ਨਤੀਜੇ ਜਲਦੀ ਹੀ ਦੇਖਣ ਨੂੰ ਮਿਲਣਗੇ, ਇਸ ਵਿੱਚ ਕੋਈ ਸ਼ੰਕਾ ਨਹੀਂ ਹੈ। ਪੁਸਤਕ ਦੇ ਕੁਝ ਅੰਸ਼। ਛੇੜਨ ਤੇ ਤਾਂ ਕੀੜੀ ਵੀ ਕੱਟਦੀ ਹੈ, ਫਿਰ ਕਿਉਂ ਭੁੱਲ ਗਲਤੀ ਕਰੇਗੀ? ਅਧਰਮ ਦਾ ਇਲਾਜ ਵਿਨਾਸ਼ਕਾਰੀ ਹੈ ਅਤੇ ਧਰਮ ਦੀ ਸਥਾਪਨਾ ਸਿਰਜਨਾਤਮਕ ਯੁੱਗ ਸੰਧੀਆਂ ਵਿੱਚ ਹਮੇਸ਼ਾ ਹੀ ਦੋਹਰੀ ਪ੍ਰਕਿਰਿਆ ਸੰਪੰਨ ਹੁੰਦੀ ਹੈ। ਇਹ ਯੁੱਗ ਸੰਧੀ ਦਾ ਸਮਾਂ ਹੈ। ਪਰਿਵਰਤਨ ਦੇ ਪਲ ਹਮੇਸ਼ਾ ਜਟਿਲ ਹੁੰਦੇ ਹਨ। ਇਹ ਸ਼ਾਸਨ ਹਟਦਾ ਹੈ ਅਤੇ ਦੂਜਾ ਆਉਂਦਾ ਹੈ ਤਾਂ ਉਸ ਮੱਧਕਾਲ ਵਿੱਚ ਕਈ ਤਰ੍ਹਾਂ ਦੀਆਂ ਉਥਲ-ਪੁਥਲ ਵੀ ਹੁੰਦੀ ਦੇਖੀ ਜਾਂਦੀ ਹੈ। ਮਨੁੱਖ ਦਾ ਚਿੰਤਨ ਅਤੇ ਚਰਿੱਤਰ ਜੇਕਰ ਘਟੀਆ ਹੋਵੇਗਾ ਤਾਂ ਉਸ ਦੀਆਂ ਅਣਚਾਹੀ ਪ੍ਰਤੀਕਿਰਿਆ ਸੂਖਮ ਜਗਤ ਵਿੱਚ ਜ਼ਹਿਰੀਲੇ ਵਿਗਾੜ ਪੈਦਾ ਕਰੇਗੀ ਅਤੇ ਕੁਦਰਤੀ ਆਫਤਾਂ ਦੇ ਰੂਪ ਵਿੱਚ ਪ੍ਰਕਿਰਤੀ ਪਰੇਸ਼ਾਨ ਕਰੇਗੀ। ਹਾਲਾਤਾਂ ਦੀ ਅਸਮਾਨਤਾ ਦਾ ਜੇਕਰ ਪੂਰਵ ਅਨੁਮਾਨ ਹੁੰਦਾ ਹੈ ਤਾਂ ਉਸਦਾ ਸਭ ਤੋਂ ਵਧੀਆ ਉਪਯੋਗ ਇੱਕ ਹੀ ਹੈ ਕਿ ਸਾਵਧਾਨੀ ਵਰਤੀ ਜਾਵੇ, ਸੁਰੱਖਿਆ ਤੇ ਦਿੱਤੀ ਜਾਵੇ ਅਤੇ ਸ਼ੰਕਾਵਾਂ ਨੂੰ ਰੱਦ ਕਰਨ ਦੇ ਲਈ ਬਹੁਤ ਸੂਝ-ਬੂਝ ਦਾ ਵਧੇਰੇ ਹਿੰਮਤ ਅਤੇ ਸ਼ਕਤੀ ਦਾ ਉਪਯੋਗ ਕੀਤਾ ਜਾਵੇ। ਪਰਮਾਤਮਾ ਨਿਰਾਕਾਰ ਹੈ। ਉਸਦਾ ਕੰਮ ਪ੍ਰੇਰਨਾਵਾਂ ਤੱਕ ਹੀ ਸੀਮਤ ਹੈ। ਉਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਦੇਵ ਮਾਨਵਾਂ ਦੇ ਮੋਢਿਆਂ ਤੇ ਆਉਂਦੀ ਹੈ। ਭਗਵਾਨ ਜਨਮ ਮਰਨ ਤੋਂ ਰਹਿਤ ਹੈ, ਪਰ ਅਵਤਾਰ ਲੈਂਦਾ ਹੈ ਅਤੇ ਮਰਦਾ ਵੀ ਹੈ। ਇਸ ਲਈ ਉਹਨਾਂ ਦੀ ਗਿਣਤੀ ਦੇਵ ਮਾਨਵਾਂ ਵਿੱਚ ਕੀਤੀ ਗਈ ਹੈ। ਦੇਵ ਇਹਨਾਂ ਅਰਥਾਂ ਵਿੱਚ ਕਿ ਉਹਨਾਂ ਦਾ ਚਿੰਤਨ ਅਤੇ ਚਰਿੱਤਰ ਕੰਮ ਮਹਾਨ ਸਨ। ਗਾਇਤਰੀ ਨੂੰ ਗੁਰੂ ਮੰਤਰ ਕਿਹਾ ਜਾਂਦਾ ਹੈ। ਗੁਰੂ ਤੱਤਵ ਰਾਹੀਂ ਪ੍ਰਾਪਤ ਹੋਣ ਵਾਲੀ ਸ਼ਰਧਾ, ਪ੍ਰੇਰਨਾ, ਭਾਵਨਾ, ਸੰਵੇਦਨਾਵਾਂ ਅਤੇ ਅਨੁਸ਼ਾਸਨ ਦਾ ਪ੍ਰਕਾਸ਼ ਗਾਇਤਰੀ ਮੰਤਰ ਵਿੱਚ ਸ਼ਾਮਲ ਹੈ। ਪੁਸਤਕ ਦੇ ਕੁਝ ਬਿੰਦੂ। ਯੁੱਗ ਪਰਿਵਰਤਨ ਦੀ ਸੰਧੀ ਵੇਲਾ। ਨਵੇਂ ਯੁੱਗ ਦੇ ਆਗਮਨ ਵਿੱਚ ਜਾਗਰਿਤ ਆਤਮਾਵਾਂ ਦੀ ਭੂਮਿਕਾ। ਸਮੂਹਿਕ ਉਤਕਰਸ਼ ਦੇ ਲਈ ਸਮੂਹਿਕ ਸਾਧਨਾ। ਨੈਸ਼ਠਿਕ ਸਾਧਨਾ ਦਾ ਮੂਲ ਉਦੇਸ਼।